देखो ਜਦੋਂ ਦਾ ਲਾਸਟ ਵੀਕ ਮੈਨੂੰ ਮਾਨਯੋਗ ਭਗਵੰਤ ਮਾਨ ਜੀ ਨੇ ਪ੍ਰਿੰਟਿੰਗ ਐਂਡ ਸਟੇਸ਼ਨਰੀ ਡਿਪਾਰਟਮੈਂਟ ਦਾ ਚਾਰਜ ਦਿੱਤਾ ਹੈ, ਉਸ ਦਿਨ ਤੋਂ ਹੀ ਇਸ ਡਿਪਾਰਟਮੈਂਟ ਨੂੰ ਜਿਹਨੂੰ ਪਿਛਲੇ ਸਰਕਾਰਾਂ ਨੇ ਨਿਗਲੈਕਟ ਕਰ ਰੱਖਿਆ ਸੀਗਾ, ਇਹਨੂੰ ਆਪਦੇ ਪੈਰਾਂ ਸਿਰ ਖੜੇ ਕਰਨ ਦਾ ਕੰਮ ਹੈ ਜਿਹੜਾ ਉਹ ਅਸੀਂ ਸ਼ੁਰੂ ਕਰ ਰੱਖਿਆ। ਅੱਜ ਤੋਂ 3 ਦਿਨ ਪਹਿਲਾਂ ਮੈਂ ਪਟਿਆਲਾ ਦੀ ਪ੍ਰਿੰਟਿੰਗ ਪ੍ਰੈਸ ਹੈ ਜਿਹੜੀ ਉਹ ਵਿਜ਼ਿਟ ਕਰਕੇ ਆਇਆ ਸਾਰੇ ਆਫਿਸਸ ਦੇ ਨਾਲ, ਤੇ ਅੱਜ ਮੁਹਾਲੀ ਦੀ ਵਿਜ਼ਿਟ ਕਰ ਰਹੇ ਹਾਂ। ਇਹ ਡਿਪਾਰਟਮੈਂਟ ਕਿਉਂਕਿ ਨਿਗਲੈਕਟਡ ਰਿਹਾ, ਇਹਦੇ 'ਚ ਬਹੁਤ ਕੁਛ ਰਿਫਾਰਮਸ ਨੇ ਜਿਹੜੇ ਉਹ ਕਰਨ ਵਾਲੇ ਨੇ, ਚਾਹੇ ਆਪਾਂ ਸਟਾਫ ਦੀ ਸਟਰਕਚਰਿੰਗ ਦੀ ਗੱਲ ਕਰ ਲਈਏ, ਚਾਹੇ ਬਿਲਡਿੰਗ ਪਲਾਂਟ ਮਸ਼ੀਨਰੀ ਦੀ ਗੱਲ ਕਰ ਲਈਏ, ਕਿਉਂਕਿ ਜੇ ਸਮੇਂ ਦਾ ਹਾਣੀ ਬਣਨਾ ਹੈ ਤੇ ਟਾਈਮ ਟੂ ਟਾਈਮ ਅਪਡੇਟ ਤਾਂ ਉਹਨੂੰ ਕਰਨਾ ਪਏਗਾ, ਅਪਗ੍ਰੇਡ ਤਾਂ ਕਰਨਾ ਪਏਗਾ। ਪਰ ਤੁਸੀਂ ਦੇਖਿਆ ਕਿ ਖੰਡਰ ਨੇ ਜਿਹੜੇ ਉਹ ਬਣੇ ਪਏ ਨੇ, ਸੋ ਇਹਦੇ ਬਾਰੇ ਫਰੋਮ ਸਕ੍ਰੈਚ ਇਹਦੇ ਬਾਰੇ ਸਾਰਾ ਪਲਾਨ ਹੈ ਜਿਹੜਾ ਉਹ ਕਰ ਰਹੇ ਹਾਂ। ਮਾਨ ਸਾਹਿਬ ਦੀ ਹਦਾਇਤਾਂ ਮੁਤਾਬਕ ਉਹ ਸਾਰਾ ਪਲਾਨ ਕਰਕੇ ਮਾਨ ਸਾਹਿਬ ਨਾਲ ਡਿਸਕਸ ਕਰਾਂਗੇ, ਸੀਐਮ ਸਾਹਿਬ ਨਾਲ, ਤਾਂ ਕਿ ਇਸ ਮਹਿਕਮੇ ਨੂੰ ਆਪਦੇ ਪੈਰਾਂ ਸਿਰ ਖੜਾ ਕੀਤਾ ਜਾ ਸਕੇ। ਸੁਨਾਮ 'ਚ ਤੁਹਾਡੀ ਵਿਜ਼ਿਟ ਤੋਂ ਬਾਅਦ ਅਸਰ ਵੇਖਣ ਨੂੰ ਮਿਲ ਰਿਹਾ, ਉਹਨਾਂ ਨੇ ਸਾਰੀਆਂ ਇੱਟਾਂ ਅੱਜ ਪਰਤੀਆਂ ਦੁਬਾਰਾ। ਦੇਖੋ ਇਸ ਤਰ੍ਹਾਂ ਕਿ ਕੱਲ੍ਹ ਮੈਂ ਇੱਕ ਸਰਪ੍ਰਾਈਜ਼ ਵਿਜ਼ਿਟ ਕੀਤੀ ਸੀਗੀ, ਇੰਸਪੈਕਟ ਕਰਨ ਗਿਆ ਸੀਗਾ, ਤੇ ਉੱਥੇ ਜੋ ਪਿਛਲੀਆਂ ਸਮਿਆਂ ਦੇ ਵਿੱਚ ਲੁੱਟ ਖਸੁੱਟ ਚੱਲਦੀ ਸੀਗੀ ਉਹੀ ਸਿਸਟਮ ਚੱਲਿਆ ਹੋਇਆ ਸੀਗਾ, ਜਿਹਦੀ ਵਜ੍ਹਾ ਕਰਕੇ ਪੁਰਾਣੀਆਂ ਜਿਹੜੀਆਂ ਫਰਸ਼ ਤੋਂ ਇੱਟਾਂ ਪੱਟੀਆਂ ਸੀਗੀਆਂ ਉਹੀ ਪੱਟ ਕੇ ਉਹ ਲਾਈ ਜਾਂਦੇ ਸੀਗੇ ਸੀਵਰੇਜ ਚੈਂਬਰਾਂ 'ਚ। ਉਹ ਜੋ ਪੁਰਾਣੀਆਂ ਇੱਟਾਂ ਲੱਗ ਰਹੀਆਂ ਨੇ ਤੇ ਉਹ ਸੀਵਰੇਜ ਚੈਂਬਰ ਨੇ ਬੈਠ ਹੀ ਜਾਣਾ, ਤੇ ਉੱਥੋਂ ਹੀ ਫਿਰ ਉਹ ਸਬਜ਼ੀਆਂ ਦੇ ਵਿੱਚ ਸਬਜ਼ੀ ਮੰਡੀ ਬਣ ਰਹੀ ਹੈ ਤੇ ਸਬਜ਼ੀਆਂ ਦੇ ਵਿੱਚ ਤੇ ਜਾਊਗਾ, ਬਿਮਾਰੀਆਂ ਫੈਲਣਗੀਆਂ। ਸੋ ਜਦੋਂ ਦੀ ਉਹਨਾਂ ਦੀ ਖਿਚਾਈ ਕੀਤੀ ਹੈ, ਹਦਾਇਤਾਂ ਸਖਤੀ ਨਾਲ ਦਿੱਤੀਆਂ ਨੇ, ਉਹ ਸਾਰੇ ਦੇ ਸਾਰੇ ਚੈਂਬਰ ਨੇ ਜਿਹੜੇ ਉਹ ਪੱਟੇ ਗਏ, ਪਾਈਪਾਂ ਪੁਰਾਣੀਆਂ ਟੁੱਟੀਆਂ ਹੋਈਆਂ ਉਹ ਵਾਪਸ ਮੁੜ ਗਈਆਂ। ਅੱਜ ਨਵੀਆਂ ਅੱਵਲ ਇੱਟਾਂ ਦੇ ਨਾਲ ਤੇ ਨਵੀਆਂ ਪਾਈਪਾਂ ਦੇ ਨਾਲ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਮੈਂ ਕੱਲ੍ਹ ਵੀ ਉਹਨਾਂ ਨੂੰ ਕਿਹਾ ਸੀਗਾ, ਜਿਸ ਦਿਨ 1 ਤਰੀਕ ਨੂੰ ਇਹ ਕੰਮ ਦੀ ਸ਼ੁਰੂਆਤ ਕਰਾ ਕੇ ਆਇਆ ਸੀਗਾ, ਉਸ ਦਿਨ ਵੀ ਕਿਹਾ ਸੀ ਤੇ ਅੱਜ ਫਿਰ ਦੁਬਾਰਾ ਕਹਿਣਾ ਕਿ ਪੁਰਾਣੇ ਜ਼ਮਾਨੇ ਨੇ ਜਿਹੜੇ ਕਿ ਥੁੱਕ ਨਾਲ ਬੜੇ ਪਕਾਉਣ ਵਾਲੇ, ਕਿ ਡੱਕਾ ਤੋੜੋ ਨਾ ਤੇ ਲੁੱਟ ਖਸੁੱਟ ਹੈ ਜਿਹੜੀ ਉਹ ਚੱਲੀ ਜਾਂਦੀ ਸੀ, ਕਮਿਸ਼ਨ ਖੋਰੀ ਵਾਲਾ ਕੰਮ, ਉਹ ਇਹ ਕੰਮ ਬੰਦ ਕਰ ਦੇਣ ਸਾਰੇ। ਮੈਂ ਠੇਕੇਦਾਰ ਨੂੰ ਵੀ ਕਹਿ ਕੇ ਵੀ ਜੇ ਭਾਈ ਤੈਨੂੰ ਕੋਈ ਤੇਰੇ ਤੋਂ ਕੋਈ ਚਵੰਨੀ ਮੰਗਦਾ ਮਹਿਕਮੇ ਦਾ ਅਫਸਰ ਤਾਂ ਮੈਨੂੰ ਦੱਸ, ਉਹਨੂੰ ਸਿੱਧਾ ਕਿਵੇਂ ਕਰਨਾ ਮੈਨੂੰ ਪਤਾ ਹੈ, ਮੈਂ ਆਪੇ ਕਰਕੇ ਕਰੂੰਗਾ। ਪਰ ਸਵਾਲ ਇਹ ਥੋੜ੍ਹਾ ਨਹੀਂ ਹੈ ਵੀ ਜਦੋਂ ਤੁਹਾਨੂੰ ਸਰਕਾਰ ਜਿਸ ਕੰਮ ਦੇ ਪੈਸੇ ਦੇ ਰਹੀ ਹੈ ਤੁਸੀਂ ਉਹਦੇ ਨਾਲ ਠੱਗੀ ਠੋਰੀ ਕਰਨ ਦੀ ਕੋਸ਼ਿਸ਼ ਕਰੋਗੇ। ਅਸੀਂ ਲੋਕ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਦੇ ਹਨ ਜੀ ਸਰਕਾਰ ਵਾਲੇ, ਅਸੀਂ ਲੋਕਾਂ ਦੇ ਖਜ਼ਾਨੇ ਦੇ ਮਾਲਕ ਨਹੀਂ ਹੁੰਦੇ ਹੈਗੇ, ਚੌਕੀਦਾਰ ਹੁੰਦੇ ਆ। ਤੇ ਜਦੋਂ ਚੌਕੀਦਾਰ ਨੂੰ ਕੋਈ ਸੰਨ ਲੱਗਦੀ ਨਜ਼ਰ ਆਊਗੀ ਤੇ ਫਿਰ ਡਾਂਗ ਤਾਂ ਫਿਰੂਗੀ, ਫਿਰ ਪੁੱਠਾ ਤਾਂ ਟੰਗੀ ਜਾਊਗਾ, ਫਿਰ ਐ ਥੋੜ੍ਹਾ। ਬਾਕੀਆਂ ਲਈ ਵੀ ਮੈਸੇਜ ਹੈ ਜੀ, ਮੈਂ ਕਹਿੰਦਾ ਜੀ ਸਾਰੇ ਪੰਜਾਬ ਲਈ ਮੈਸੇਜ ਹੈ ਕਿ ਇਹ ਕੰਮ ਹੈ ਜਿਹੜਾ ਪਿਛਲੀਆਂ ਸਰਕਾਰਾਂ 'ਚ ਕਰਦੇ ਰਹੇ ਹੋ ਉਹਨੂੰ ਕਰ ਦਿਓ ਬੰਦ। ਕਿਸੇ ਨੂੰ ਕਮਿਸ਼ਨ ਦੇਣ ਦੀ ਲੋੜ ਨਹੀਂ, ਕਿਸੇ ਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ। ਜੋ ਟੈਂਡਰ ਲੈਂਦੇ ਹੋ ਉਹਦੇ ਮੁਤਾਬਕ 100% ਸਹੀ ਕੰਮ ਕਰਕੇ ਦਿਓ ਤੇ ਸਰਕਾਰ ਤੁਹਾਡੀ ਪਿੱਠ ਥਾਪੜੂਗੀ। ਜੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਤੇ ਫਿਰ ਲਿਹਾਜ਼ ਕੋਈ ਨਹੀਂ ਕਰਨੀ ਹੈ ਕਿਸੇ ਨਾਲ। ਪੰਜਾਬੀ ਝਾਕੀ ਦਿੱਤਾ ਜਾ ਰਿਹਾ 26 ਜਨਵਰੀ ਦੀ ਪਰੇਡ ਦੇ ਵਿੱਚ। ਮੈਂ ਸਮਝਦਾ ਕਿ ਇਹ ਚਾਹੇ ਪਹਿਲਾਂ ਯੂਪੀ ਦੀਆਂ ਕਾਂਗਰਸੀ ਸਰਕਾਰਾਂ ਹੋਣ ਤੇ ਚਾਹੇ ਹੁਣ ਬੀਜੇਪੀ ਦੀਆਂ ਐਨਡੀਏ ਦੀਆਂ ਸਰਕਾਰਾਂ ਨੇ, ਪੰਜਾਬ ਨਾਲ ਹਮੇਸ਼ਾ ਮਤਰੀਮ ਵਾਲਾ ਸਲੂਕ ਹੈ ਜਿਹੜਾ ਉਹ ਹੁੰਦਾ ਰਿਹਾ ਹੈ। ਇਹ ਵੀ ਉਸੇ ਕੜੀ ਦਾ ਇੱਕ ਹੋਰ ਹਿੱਸਾ ਲੱਗਦਾ। ਬੀਜੇਪੀ ਕਹਿ ਰਹੀ ਹੈ ਕਿ ਕਲਚਰ ਡਿਪਾਰਟਮੈਂਟ ਨੇ ਜੋ ਅਨਮੋਲ ਗਗਨ ਮਾਨ ਕੋਲ ਹੈ, ਉਹਨਾਂ ਨੇ ਖਾਮੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਦਰੁਸਤ ਕਰਕੇ ਭੇਜਣਾ ਸੀ, ਲਿਖਣਾ ਸੀ, ਲੇਕਿਨ ਉਹ ਸ਼ਾਇਦ ਪੰਜਾਬ ਸਰਕਾਰ ਦੀ ਕਿਤੇ ਨਾ ਕਿਤੇ ਕਮੀ ਰਹੀ ਹੈ ਕਿ ਉਹ ਭੇਜ ਨਹੀਂ ਸਕੇ ਜਾਂ ਦਰੁਸਤ ਨਹੀਂ ਕਰ ਸਕੇ, ਇਸ ਕਰਕੇ ਝਾਂਕੀ ਬਾਹਰ ਰਹਿ ਗਈ ਹੈ। ਨਹੀਂ, ਇਹਦੇ ਬਾਰੇ ਤਾਂ ਨਹੀਂ ਮੈਨੂੰ ਪਤਾ, ਇਹਦੇ ਬਾਰੇ ਤਾਂ ਅਨਮੋਲ ਗਗਨ ਜੀ ਬੈਟਰ ਦੱਸ ਸਕਦੇ ਨੇ, ਪਰ ਮੇਰੇ ਖਿਆਲ 'ਚ ਇਹੋ ਜਿਹੀ ਕੋਈ ਗੱਲ ਹੋਣੀ ਨਹੀਂ ਹੈਗੀ। ਜੇ ਚਲੋ ਪੰਜਾਬ ਵਾਲਾ ਨਹੀਂ ਭੇਜੀ ਹੈਗੀ, ਦਿੱਲੀ ਵਾਰ ਕਿਉਂ ਰੱਖਿਆ? ਜੇ ਸਪੋਜ਼ ਪੰਜਾਬ ਦੇ ਵਿੱਚ ਕੋਈ ਕਮੀ ਪੇਸ਼ੀ ਸੀਗੀ, ਨਹੀਂ ਪੂਰੇ ਸਮੇਂ ਨਾਲ ਹੋਈ ਹੈਗੀ, ਤੇ ਦਿੱਲੀ ਨੂੰ ਬਾਹਰ ਕਿਉਂ ਰੱਖਿਆ? ਸੋ ਇਸ ਕਰਕੇ ਇਹ ਤਾਂ ਉਹਨਾਂ ਦੇ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਬੀਜੇਪੀ ਵਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ। ਬਾਹਰ ਡਿਟੇਲ ਰਿਕਾਰਡ ਰੱਖਣਾ ਚਾਹੀਦਾ ਕੋਈ, ਜੇ ਕਿਹਨਾਂ ਨੂੰ ਕੋਈ ਕਮੀਆਂ ਰਹਿ ਗਈਆਂ ਬੀਜੇਪੀ ਨੂੰ ਸੈਂਟਰ ਸਰਕਾਰ ਨਹੀਂ ਦੱਸਣ ਜੀ ਕੋਈ ਇਹੋ ਜਿਹੀ ਗੱਲ ਹੈਗੀ। ਦੇਖੋ ਗੱਲ ਪਤਾ ਕੀ ਹੁੰਦੀ ਹੈ, ਤੁਸੀਂ ਇਕੱਲੇ ਹਰੇਕ ਗੱਲ ਦੇ ਉੱਪਰ ਪਹਿਲਾਂ ਆਊਟ ਕਰ ਦਿਓ, ਫਿਰ ਬਾਅਦ ਦੇ ਵਿੱਚ ਬਲੇਮ ਗੇਮ ਹੈ ਜਿਹੜੀ ਉਹ ਸ਼ੁਰੂ ਕਰ ਦਿਓ। ਇਹ ਜਿਹੜਾ 26 ਜਨਵਰੀ ਦਾ 15 ਅਗਸਤ ਦੇ ਦਿਹਾੜੇ ਨੇ ਜਿਹੜੇ, ਇਹ ਕੋਈ ਬੀਜੇਪੀ ਦੇ ਟ੍ਰੇਡਮਾਰਕ ਨੇ ਜੀ? ਇਹ ਦੇਸ਼ ਦੇ ਗੌਰਵ ਦੇ, ਦੇਸ਼ ਦੇ ਸਨਮਾਨ ਦੇ ਦਿਨ ਨੇ। ਇਹਨੂੰ 140 ਕਰੋੜ ਜਨਤਾ ਨੇ, ਦੇਸ਼ ਵਾਸੀਆਂ ਨੇ ਧੂਮਧਾਮ ਦੇ ਨਾਲ ਮਨਾਉਣਾ ਹੈ। ਇਹ ਉਹਨਾਂ ਦੀ ਮਰਜ਼ੀ ਥੋੜ੍ਹਾ ਹੋਊਗੀ, ਵਿਮਸ ਐਂਡ ਫੈਂਸੀਜ਼ ਉਹਨਾਂ ਦੀ ਥੋੜ੍ਹਾ ਚੱਲਣਗੀਆਂ ਕਿ ਕਿਸੇ ਨੂੰ ਰੱਖ ਲਓ ਕਿਸੇ ਨੂੰ ਬਾਹਰ ਕਰ ਦਿਓ। 3 ਕਰੋੜ ਜਨਤਾ ਪੰਜਾਬ ਦੀ ਬਾਹਰ ਕਰਤੀ, 2-2.5 ਕਰੋੜ ਦਿੱਲੀ ਦੀ, 5.5 ਕਰੋੜ ਜਨਤਾ ਨੂੰ ਉਹ ਪੰਜਾਬ ਜਿਹੜਾ ਜਿਹਨੇ ਸਭ ਤੋਂ ਵੱਧ ਲੜਾਈਆਂ ਲੜੀਆਂ ਨੇ ਦੇਸ਼ ਦੀ ਆਜ਼ਾਦੀ ਦੇ ਲਈ, ਦਿੱਲੀ ਦੇ ਉੱਪਰ ਆਪ ਦਾ ਤਿਰੰਗਾ ਫਹਿਰਾਉਣ ਦੇ ਲਈ ਜੇ ਸਭ ਤੋਂ ਵੱਧ ਲੜਾਈ ਲੜੀ ਹੈ ਤਾਂ ਪੰਜਾਬ ਨੇ ਲੜੀ ਹੈ। 2 ਸਟੇਟਾਂ ਮੋਸਟ ਪ੍ਰੋਮੀਨੈਂਟ, ਮੋਸਟ ਇੰਪੋਰਟੈਂਟ ਸਟੇਟਸ
ਆਜ਼ਾਦੀ ਦੀ ਲੜਾਈ ਦੇ ਵਿੱਚ ਉਹਨਾਂ ਦੋਨਾਂ ਨੂੰ ਬਾਹਰ ਕਰ ਦਿੰਦੇ ਨੇ। ਇਹ ਕੋਈ ਤਰੀਕਾ ਥੋੜ੍ਹੀ ਆ। ਦੇਖੋਗੇ ਨਹੀਂ ਸਰਕਾਰ ਵੱਲੋਂ ਕਿ ਪੰਜਾਬ ਵੱਲੋਂ ਇਹ ਤਾਂ ਡੈਫੀਨਿਟਲੀ ਇਹਦਾ ਬੜਾ ਸੀਰੀਅਸ ਨੋਟ ਹੈ ਜੀ, ਜਿਹੜਾ ਉਹ ਮੇਰੇ ਖਿਆਲ ਦੇ ਵਿੱਚ ਮਾਨ ਸਾਹਿਬ ਲੈ ਰਹੇ ਹੋਣਗੇ ਤੇ ਇਹਦੇ ਬਾਰੇ ਤਾਂ ਉਹੀ ਬਿਹਤਰ ਦੱਸਣਗੇ ਕਿ ਉਹ ਪਲਾਨ ਕਰ ਰਹੇ ਹਨ। ਅਫਸਰਾਂ ਦੇ ਤਬਾਦਲੇ ਨੂੰ ਲੈ ਕੇ ਅਕਾਲੀ ਦਲ ਤੁਹਾਡੇ ਧਾਵਾ ਬੋਲਦਾ ਨਜ਼ਰ ਆਉਂਦਾ ਹੈ। ਕਹਿੰਦੇ ਨੇ ਕਿ 30-30 ਕਰੋੜ ਰੁਪਇਆ ਪ੍ਰਚਾਰ ਦੇ ਲਈ ਜੇ ਸੈਂਕਸ਼ਨ ਨਹੀਂ ਕਿ ਅਫਸਰ ਨਹੀਂ ਕਰ ਰਹੇ ਤਾਂ ਅਫਸਰਾਂ ਦੀ ਬਦਲੀ ਕਿਉਂ ਕੀਤੀ ਜਾ ਰਹੀ ਹੈ? ਦੇਖੋ, ਅਕਾਲੀ ਦਲ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੈਂ ਇੱਥੇ ਨਹੀਂ ਹੈਗਾ ਜੀ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਬੜੀ ਇਮਾਨਦਾਰੀ ਦੇ ਨਾਲ ਲੋਕਾਂ ਦੇ ਮੁੱਦੇ ਮਸਲੇ ਨੇ ਜਿਹੜੇ ਉਹ ਹੱਲ ਕਰਨ ਲੱਗੇ ਹੋਏ ਨੇ। ਜੇ ਚਾਹੇ ਮੁਹੱਲਾ ਕਲੀਨਿਕ ਨੇ, ਚਾਹੇ ਸਕੂਲ ਆਫ ਐਮੀਨੈਂਸ ਨੇ, ਇਹ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ। ਅਕਾਲੀ ਦਲ ਸਾਨੂੰ ਤਾਂ ਸਵਾਲ ਪੁੱਛਦਾ ਹੈ, ਅਕਾਲੀ ਦਲ ਵਾਲਿਆਂ ਨੇ 30-35 ਸਾਲ ਰਾਜ ਕਰ ਲਿਆ 70 ਸਾਲਾਂ 'ਚ, ਉਹਨਾਂ ਤੋਂ ਡੱਕਾ ਕਿਉਂ ਨਾ ਟੁੱਟਿਆ? ਉਹਨਾਂ ਨੇ ਕਿਉਂ ਨਾ ਕੋਈ ਨਾ ਮੁਹੱਲਾ ਕਲੀਨਿਕ, ਨਾ ਕੋਈ ਪ੍ਰਾਇਮਰੀ ਜਾਂ ਸੈਕੰਡਰੀ ਹੈਲਥ ਸੈਂਟਰਸ ਉਹਨਾਂ ਤੋਂ ਨਾ ਬਣੇ? ਹੁਣ ਜੇ ਅਸੀਂ ਕਰ ਰਹੇ ਹਾਂ, ਸਾਡਾ ਇੱਕ ਜਿਹੜਾ ਮਾਡਲ ਹੈ ਉਹ ਡੇ ਬਾਈ ਡੇ ਸਕਸੈਸਫੁਲ ਹੁੰਦਾ ਜਾ ਰਿਹਾ ਹੈ ਤੇ ਹੁਣ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਤਕਲੀਫ ਹੋਣੀ ਸ਼ੁਰੂ ਹੋ ਗਈ। ਔਰ ਜੇ ਚੰਗਾ ਕੰਮ ਕਰਾਂਗੇ ਤੇ ਉਹਦਾ ਪ੍ਰਚਾਰ ਕਰਨ ਦੇ ਵਿੱਚ ਵੀ ਕੋਈ ਹਰਜ ਨਹੀਂ ਹੈਗਾ। ਹੁਣ ਦੂਸਰੀਆਂ ਸਟੇਟਸ ਦਾ ਤੁਸੀਂ ਕਿਸ ਦਾ ਐਡ ਦੇਖਦੇ ਨਹੀਂ ਹੈਗੇ, ਸੋ ਇਹ ਤਾਂ ਉਹਨਾਂ ਦੀ ਬੇਤੁਕੀਆਂ ਗੱਲਾਂ ਨੇ ਜੀ। ਰੋਹਿਤ ਸ਼ਰਮਾ ਵਾਲਾ ਇਸ਼ੂ ਵੈਸੇ ਹੈ ਕੀ ਹੈ? ਕਹਿੰਦੇ ਵਿਜੀਲੈਂਸ ਨਹੀਂ, ਇਹ ਮੇਰੇ ਨੋਟਿਸ ਦੇ ਨਹੀਂ ਹੈ ਜੀ। ਪਰਸੋਂ ਰਾਤ ਨੂੰ ਉਹਨਾਂ ਦੇ ਆਰਡਰਸ ਹੋਏ ਨੇ, ਕੱਲ ਸੰਡੇ ਸੀਗਾ, ਮੈਂ ਸਾਰਾ ਦਿਨ ਹਲਕੇ ਦੇ ਸੀਗਾ, ਮੈਨੂੰ ਆਈਡੀਆ ਨਹੀਂ ਹੈ। ਹੈਲਥ ਮਿਨਿਸਟਰ ਸਾਹਿਬ ਨਾਲ ਜਾਂ ਕੰਸਰਨਡ ਆਫਿਸਰ ਨਾਲ ਗੱਲ ਕਰਾਂਗੇ, ਫੇਰ ਹੀ ਪਤਾ ਲੱਗੇਗਾ ਕਿ ਐਕਚੁਅਲ ਦੇ ਵਿੱਚ ਇਸ਼ੂ ਕੀ ਹੈ। ਠੀਕ ਹੈ, ਥੈਂਕ ਯੂ।